Hello students, now we will start our next chapter number 5th ਜਿਹਦਾ ਨਾਮ ਹੈਗਾ ਮਨੀ ਮੀਨਿੰਗ ਫੰਕਸ਼ਨਸ ਐਂਡ ਸਪਲਾਈ, ਜਿਹਨੂੰ ਮੁਦਰਾ ਅਰਥ ਕਾਰਜ ਅਤੇ ਪੂਰਤੀ ਦੇ ਨਾਮ ਨਾਲ ਜਾਣਿਆ ਜਾਂਦਾ। ਸਭ ਤੋਂ ਪਹਿਲਾਂ ਆਪਾਂ ਇਹਦਾ ਮੀਨਿੰਗ ਕਲੀਅਰ ਕਰਾਂਗੇ। ਠੀਕ ਹੈ, ਜਿਵੇਂ ਕਿ ਚੈਪਟਰ ਦੇ ਨਾਮ ਤੋਂ ਹੀ ਕਲੀਅਰ ਆ ਵੀ ਇਹਦੇ ਵਿੱਚ ਆਪਾਂ ਸਾਰਾ ਕੀ ਆ ਮਨੀ ਬਾਰੇ ਪੜਾਂਗੇ, ਮੁਦਰਾ ਬਾਰੇ ਪੜਾਂਗੇ। ਠੀਕ ਹੈ, ਸਭ ਤੋਂ ਪਹਿਲਾਂ ਇੰਟਰੋਡਕਸ਼ਨ ਦੇਖੋ। ਬਿਫੋਰ ਦ ਐਵੋਲਿਊਸ਼ਨ ਆਫ ਮਨੀ ਐਕਸਚੇਂਜ ਵਾਜ਼ ਡਨ ਥਰੂ ਬਾਰਟਰ ਸਿਸਟਮ। ਕਹਿੰਦੇ ਐਵੋਲਿਊਸ਼ਨ ਦਾ ਮਤਲਬ ਹੁੰਦਾ ਹੋਂਦ ਵਿੱਚ ਆਉਣਾ। ਠੀਕ ਹੈ, ਕਹਿੰਦੇ ਜਦੋਂ ਮਨੀ ਹੋਂਦ ਵਿੱਚ ਨਹੀਂ ਆਈ ਸੀ ਤਾਂ ਉਸ ਤੋਂ ਪਹਿਲਾਂ ਕੀ ਕੀਤਾ ਜਾਂਦਾ ਸੀ, ਮਨੀ ਜਦੋਂ ਆਪਣੀ ਇਕੋਨਮੀ ਦੇ ਵਿੱਚ ਕੀ ਆ ਉਹਦੀ ਇਨੋਵੇਸ਼ਨ ਨਹੀਂ ਹੋਈ ਸੀ ਤਾਂ ਜਿਹੜਾ ਐਕਸਚੇਂਜ ਕੀਤਾ ਜਾਂਦਾ ਸੀ ਉਹ ਬਾਰਟਰ ਸਿਸਟਮ ਦੇ ਅਕੋਰਡਿੰਗ ਕੀਤਾ ਜਾਂਦਾ ਸੀ। ਠੀਕ ਹੈ, ਦੇਖੋ ਹੁਣ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਬਾਰਟਰ ਸਿਸਟਮ ਕੀ ਆ। ਕਹਿੰਦੇ ਗੁੱਡਸ ਵਰ ਐਕਸਚੇਂਜ ਫॉर ਗੁੱਡਸ। ਕਹਿੰਦੇ ਬਾਰਟਰ ਸਿਸਟਮ ਕੀ ਆ, ਕਹਿੰਦੇ ਜਦੋਂ ਵਸਤੂਆਂ ਨੂੰ ਵਸਤੂਆਂ ਦੇ ਨਾਲ ਕੀ ਆ ਵਟਾਇਆ ਜਾਂਦਾ ਸੀ। ਇਸ ਤੋਂ ਕਲੀਅਰ ਹੋ ਜਾਂਦਾ ਵੀ ਆਪਾਂ ਨੂੰ ਜਦੋਂ ਕੀ ਆ ਮਨੀ ਆਪਣੀ ਇਕੋਨਮੀ ਦੇ ਵਿੱਚ ਨਹੀਂ ਆਈ ਸੀ, ਆਪਣੀ ਇਕੋਨਮੀ ਦੇ ਵਿੱਚ ਮਨੀ ਹਜੇ ਨਹੀਂ ਬਣੀ ਸੀ ਆਪਾਂ ਕਹਿ ਸਕਦੇ ਹਾਂ, ਤਾਂ ਉਦੋਂ ਜਿਹੜਾ ਵਟਾਂਦਰਾ ਕੀਤਾ ਜਾਂਦਾ ਸੀ, ਲੈਣ ਦੇਣ ਕੀਤਾ ਜਾਂਦਾ ਸੀ, ਠੀਕ ਹੈ, ਐਕਸਚੇਂਜ ਕੀਤਾ ਜਾਂਦਾ ਸੀ, ਉਹ ਵਸਤੂਆਂ ਨੂੰ ਵਸਤੂਆਂ ਦੇ ਨਾਲ ਹੀ ਵਟਾਇਆ ਜਾਂਦਾ ਸੀ। ਠੀਕ ਹੈ, ਫੋਰ ਐਗਜ਼ਾਮਪਲ ਆਪਾਂ ਕਹਿ ਸਕਦੇ ਹਾਂ ਕਿ ਵੀਟ ਮੇ ਬੀ ਐਕਸਚੇਂਜਡ ਫॉर ਰਾਈਸ। ਠੀਕ ਹੈ, ਜੇ ਕਿਸੇ ਨੂੰ ਕੀ ਹੈ ਵੀਟ ਚਾਹੀਦੀ ਆ ਉਹ ਰਾਈਸ ਦੇ ਕੇ ਵੀਟ ਨੂੰ ਲੈ ਸਕਦਾ ਸੀ। ਠੀਕ ਹੈ, ਜੇ ਕਿਸੇ ਨੂੰ ਰਾਈਸ ਚਾਹੀਦੀ ਹੈ ਤਾਂ ਵੀਟ ਦੇ ਕੇ ਉਹਨੂੰ ਲੈ ਸਕਦਾ ਸੀ। ਇਸ ਤਰ੍ਹਾਂ ਫੋਰ ਐਗਜ਼ਾਮਪਲ ਕੀ ਆ ਕਲੋਥਸ ਨੂੰ ਸ਼ੂਗਰ ਦੇ ਬਦਲੇ ਕੀ ਆ ਐਕਸਚੇਂਜ ਕੀਤਾ ਜਾਂਦਾ ਸੀ। ਇਸੇ ਤਰ੍ਹਾਂ ਕੀ ਆ ਵਸਤੂਆਂ ਨੂੰ ਵਸਤੂਆਂ ਦੇ ਨਾਲ ਵਟਾਇਆ ਜਾਂਦਾ ਸੀ। ਦੇਖੋ ਉਦੋਂ ਆਪਾਂ ਕਹਿ ਸਕਦੇ ਹਾਂ ਕਿ ਉਦੋਂ ਆਪਣੀ ਕਿਹੜੀ ਇਕੋਨਮੀ ਸੀ, ਕਿਹੜੀ ਅਰਥ ਵਿਵਸਥਾ ਸੀ, ਬਾਰਟਰ ਇਕੋਨਮੀ। ਠੀਕ ਹੈ, ਜਿਹਨੂੰ ਵਸਤੂ ਵਟਾਂਦਰਾ ਅਰਥ ਵਿਵਸਥਾ ਵੀ ਕਿਹਾ ਜਾਂਦਾ। ਦੇਖੋ ਕਹਿੰਦੇ ਬਾਰਟਰ ਇਕੋਨਮੀ ਇਜ਼ ਦੈਟ ਇਕੋਨਮੀ ਇਨ ਵਿਚ ਗੁੱਡਸ ਆਰ ਐਕਸਚੇਂਜ ਫॉर ਗੁੱਡਸ ਵਿਦਾਊਟ ਦਾ ਯੂਜ਼ ਆਫ ਮਨੀ। ਠੀਕ ਹੈ, ਕਹਿੰਦੇ ਬਾਰਟਰ ਇਕੋਨਮੀ ਉਹ ਇਕੋਨਮੀ ਹੁੰਦੀ ਆ, ਉਹ ਅਰਥ ਵਿਵਸਥਾ ਹੁੰਦੀ ਆ ਜਿਹਦੇ ਵਿੱਚ ਕੀ ਆ ਕਹਿੰਦੇ ਮਨੀ ਦਾ ਯੂਜ਼, ਮਨੀ ਦੀ ਵਰਤੋਂ ਨਹੀਂ ਕੀਤੀ ਜਾਂਦੀ। ਠੀਕ ਹੈ, ਸਿਰਫ ਵਸਤੂਆਂ ਨੂੰ ਵਸਤੂਆਂ ਦੇ ਬਦਲੇ ਕੀ ਆ ਐਕਸਚੇਂਜ ਕਰ ਲਿਆ ਜਾਂਦਾ ਸੀ, ਵਟਾਂਦਰਾ ਉਹਦਾ ਕਰ ਲਿਆ ਜਾਂਦਾ ਸੀ। ਦੇਖੋ ਇਹਦੀ ਇੱਕ ਹੋਰ ਡੈਫੀਨੇਸ਼ਨ ਆ, ਕੀ ਕਹਿੰਦੇ ਆ, ਕਹਿੰਦੇ ਬਾਰਟਰ ਇਜ਼ ਦਾ ਡਾਇਰੈਕਟ ਐਕਸਚੇਂਜ ਆਫ ਗੁੱਡਸ ਫॉर ਗੁੱਡਸ ਵਿਦਾਊਟ ਦ ਯੂਜ਼ ਆਫ ਮਨੀ ਐਜ਼ ਅ ਮੀਡੀਅਮ ਆਫ ਐਕਸਚੇਂਜ। ਠੀਕ ਹੈ, ਮੀਡੀਅਮ ਆਫ ਐਕਸਚੇਂਜ ਮਤਲਬ ਵੀ ਵਟਾਂਦਰੇ ਦਾ ਮਾਧਿਅਮ ਕਿਹਨੂੰ ਮੰਨਿਆ ਜਾਂਦਾ ਸੀ, ਵਸਤੂਆਂ ਨੂੰ ਵਸਤੂਆਂ ਦੇ ਬਦਲੇ ਹੀ ਵਟਾਇਆ ਜਾਂਦਾ ਸੀ। ਠੀਕ ਹੈ, ਕਿਉਂਕਿ ਉਦੋਂ ਮਨੀ ਨਹੀਂ ਹੁੰਦੀ ਸੀ, ਸੋ ਵਿਦਾਊਟ ਦਾ ਯੂਜ਼ ਆਫ ਮਨੀ। ਸੋ ਆਪਾਂ ਪਹਿਲਾਂ ਹੀ ਬਹੁਤ ਵਾਰੀ ਪੜ੍ਹ ਚੁੱਕੇ ਹਾਂ ਕਿ ਵਸਤੂਆਂ ਦੇ ਨਾਲ ਵਸਤੂਆਂ ਨੂੰ ਵਟਾਇਆ ਜਾਂਦਾ ਬਾਰਟਰ ਇਕੋਨਮੀ ਦੇ ਵਿੱਚ। ਸੋ ਬਾਰਟਰ ਇਕੋਨਮੀ ਨੂੰ ਇਟ ਇਜ਼ ਆਲਸੋ ਨੋਨ ਐਜ਼ ਸੀਸੀ ਇਕੋਨਮੀ। ਠੀਕ ਹੈ, ਬਾਰਟਰ ਇਕੋਨਮੀ ਨੂੰ ਸੀਸੀ ਇਕੋਨਮੀ ਵੀ ਬੋਲਿਆ ਜਾਂਦਾ। ਸੀਸੀ ਇਕੋਨਮੀ ਮਤਲਬ ਕਮੋਡਿਟੀ ਟੂ ਕਮੋਡਿਟੀ ਇਕੋਨਮੀ, ਕਿਉਂਕਿ ਉਹਦੇ ਵਿੱਚ ਵਸਤੂਆਂ ਦਾ ਵਟਾਂਦਰਾ ਵਸਤੂਆਂ ਦੇ ਨਾਲ ਕੀਤਾ ਜਾਂਦਾ ਸੀ, ਤਾਂ ਕਰਕੇ ਉਹਨੂੰ ਸੀਸੀ ਇਕੋਨਮੀ ਕਿਹਾ ਜਾਂਦਾ। ਠੀਕ ਹੈ, ਇਸ ਤੋਂ ਅੱਗੇ ਆਪਾਂ ਨੂੰ ਪਤਾ ਵੀ ਜਦੋਂ ਕੀ ਆ ਬਾਰਟਰ ਸਿਸਟਮ ਸੀ, ਸੀਸੀ ਇਕੋਨਮੀ ਸੀ, ਤਾਂ ਉਹਦੇ ਵਿੱਚ ਕੀ ਆ ਵਸਤੂਆਂ ਨਾਲ ਵਸਤੂਆਂ ਨੂੰ ਵਟਾਇਆ ਜਾਂਦਾ ਸੀ, ਤਾਂ ਉਹਦੇ ਨਾਲ ਕੀ ਆ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ, ਬਹੁਤ ਸਾਰੀਆਂ ਪ੍ਰੋਬਲਮਸ ਕ੍ਰੀਏਟ ਹੋਈਆਂ। ਠੀਕ ਹੈ, ਦੇਖੋ ਕਹਿੰਦੇ ਤਾਂ ਬਾਰਟਰ ਸਿਸਟਮ ਹੈਡ ਵੇਰੀਅਸ ਲਿਮਿਟੇਸ਼ਨਸ। ਠੀਕ ਹੈ, ਇਹਦੇ ਵਿੱਚ ਬਹੁਤ ਸਾਰੀਆਂ ਲਿਮਿਟੇਸ਼ਨਸ ਆ ਗਈਆਂ ਸੀਗੀਆਂ ਬਾਰਟਰ ਇਕੋਨਮੀ ਦੇ ਵਿੱਚ। ਦੇਖੋ ਕਹਿੰਦੇ ਕੀ ਆ ਫਸਟ ਕੀ ਪ੍ਰੋਬਲਮ ਆਈ, ਪ੍ਰੋਬਲਮ ਆਫ ਡਬਲ ਕੋਇਨਸੀਡੈਂਸ ਆਫ ਵਾਂਟਸ। ਕਹਿੰਦੇ ਸਾਰਿਆਂ ਦੀਆਂ ਵਾਂਟਸ ਇੱਕੋ ਜਿਹੀਆਂ ਨਹੀਂ ਹੁੰਦੀਆਂ, ਜ਼ਰੂਰੀ ਨਹੀਂ ਕਿ ਕਿਸੇ ਨੂੰ ਕਲੋਥ ਦੇ ਬਦਲੇ ਰਾਈਸ ਹੀ ਚਾਹੀਦੇ ਆ। ਠੀਕ ਹੈ, ਕਲੋਥ ਦੇ ਬਦਲੇ ਹੋ ਸਕਦਾ ਕਿ ਉਹਨੂੰ ਹੋਰ ਕੋਈ ਚੀਜ਼ ਚਾਹੀਦੀ ਹੋਵੇ। ਸੋ ਉਹ ਕਿਸੇ ਵੀ ਪਰਸਨ ਨੂੰ ਉਹ ਪਰਸਨ ਲੱਭਣਾ ਔਖਾ ਹੋ ਗਿਆ ਕਿ ਜੋ ਕਲੋਥ ਦੇ ਬਦਲੇ ਕੀ ਹੈ ਰਾਈਸ ਦੇ ਸਕੇ। ਠੀਕ ਹੈ, ਇਸ ਤਰ੍ਹਾਂ ਇਹ ਇਹਦੀ ਸਭ ਤੋਂ ਮੇਨ ਪ੍ਰੋਬਲਮ ਸੀ। ਇਸ ਤੋਂ ਅੱਗੇ ਕੀ ਹੈ ਲੈਕ ਆਫ ਕਾਮਨ ਮੈਜ਼ਰ ਆਫ ਵੈਲਿਊ। ਕਹਿੰਦੇ ਆਪਾਂ ਨੂੰ ਪਤਾ ਵੀ ਉਦੋਂ ਕੀ ਆ ਮਨੀ ਹੈ ਨਹੀਂ ਸੀ, ਤਾਂ ਕਰਕੇ ਕਿਸੇ ਵੀ ਚੀਜ਼ ਦਾ ਕੋਈ ਵੀ ਮੁੱਲ, ਕੋਈ ਵੀ ਪ੍ਰਾਈਜ਼ ਨਿਰਧਾਰਿਤ ਨਹੀਂ ਕੀਤਾ ਗਿਆ ਸੀ ਵੀ ਆਹ ਵਾਲੇ ਦਾ ਇੰਨਾ ਮੁੱਲ ਆ, ਕਿਉਂਕਿ ਪੈਸੇ ਨਹੀਂ ਸੀ। ਤਾਂ ਕੀ ਆ ਕਈ ਵਾਰੀ ਇਦਾਂ ਨਹੀਂ ਹੋ ਸਕਦਾ ਸੀ ਵੀ ਵੀਟ ਨੂੰ ਗੋਲਡ ਦੇ ਨਾਲ ਕੀ ਆ ਵਟਾਇਆ ਜਾ ਸਕੇ। ਸੋ ਕੀ ਆ ਜਿਹੜੀ ਵੈਲਿਊ ਆ, ਠੀਕ ਹੈ, ਉਹਨੂੰ ਮੈਜ਼ਰ ਕਰਨ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆਈ। ਇਸ ਤੋਂ ਅੱਗੇ ਕੀ ਆ ਪ੍ਰੋਬਲਮ ਆਫ ਡਿਫਰਡ ਪੇਮੈਂਟ। ਡਿਫਰਡ ਪੇਮੈਂਟ ਹੁੰਦੀਆਂ ਜਿਹੜੀਆਂ ਕੀ ਆਪਾਂ ਇਨ ਫਿਊਚਰ ਦੇ ਲਈ ਕਹਿ ਸਕਦੇ ਹਾਂ ਵੀ ਅਸੀਂ ਇਹ ਵਾਲੀਆਂ ਪੇਮੈਂਟਸ ਆ ਜਿਹੜੇ ਇਹ ਵਾਲੇ ਭੁਗਤਾਨ ਆ ਫਿਊਚਰ ਦੇ ਵਿੱਚ ਕਰ ਦੇਵਾਂਗੇ। ਠੀਕ ਹੈ, ਗੁਡਸ ਦੇ ਬਦਲੇ ਗੁਡਸ ਐਕਸਚੇਂਜ ਕੀਤੀਆਂ ਜਾਂਦੀਆਂ ਸੀ ਤਾਂ ਆਪਾਂ ਨੂੰ ਤੁਰੰਤ ਹੀ ਕੀ ਆ ਉਹ ਚੀਜ਼ ਦੇਣੀ ਪੈਂਦੀ ਸੀ। ਠੀਕ ਹੈ, ਤਾਂ ਕਰਕੇ ਜਿਹੜੀਆਂ ਡਿਫਰ ਪੇਮੈਂਟਸ ਇਹਦੇ ਵਿੱਚ ਨਹੀਂ ਕੀਤੀਆਂ ਜਾਂਦੀਆਂ ਸੀ, ਜੋ ਭਵਿੱਖ ਦੇ ਵਿੱਚ ਆਪਾਂ ਕਹਿ ਦਿੰਦੇ ਹਾਂ ਵੀ ਉਧਾਰ ਲਈਏ। ਠੀਕ ਹੈ, ਉਹ ਨਹੀਂ ਕੀਤਾ ਜਾਂਦਾ ਸੀ।
ਇਸ ਤੋਂ ਬਿਨਾਂ ਅਗਲੀ ਪ੍ਰੋਬਲਮ ਆ ਪ੍ਰੋਬਲਮ ਆਫ ਸਟੋਰਿੰਗ ਵੈਲਥ। ਆਪਾਂ ਨੂੰ ਪਤਾ ਆਪਾਂ ਕਈ ਗੁਡਸ ਨੂੰ ਸਟੋਰ ਨਹੀਂ ਕਰ ਸਕਦੇ, ਸੋ ਆਪਾਂ ਧਨ ਨੂੰ ਕੀ ਆ ਸਟੋਰ ਕਰਨ ਦੇ ਵਿੱਚ ਪ੍ਰੋਬਲਮ ਆਉਂਦੀ ਸੀ। ਵਸਤੂਆਂ ਨੂੰ ਜ਼ਿਆਦਾ ਦੇਰ ਤੱਕ ਕੀ ਆ ਸਟੋਰ ਨਹੀਂ ਕਰਕੇ ਰੱਖ ਸਕਦੇ ਸੀ। ਪ੍ਰੋਬਲਮ ਆਫ ਡਿਵਿਜ਼ੀਬਿਲਟੀ ਆਫ ਵੈਲਥ, ਠੀਕ ਹੈ। ਆਪਾਂ ਕੀ ਆ ਕਿਸੇ ਵਸਤੂ ਦੀ ਡਿਵਿਜ਼ੀਬਿਲਟੀ ਹੁੰਦਾ ਮਤਲਬ ਉਹਨਾਂ ਦੀ ਵੰਡ ਨਹੀਂ ਕਰ ਸਕਦੇ ਸੀ, ਧਨ ਦੀ ਵੰਡ ਆਪਾਂ ਨਹੀਂ ਕਰ ਸਕਦੇ ਸੀ ਵੀ ਆਪਾਂ ਉਹਨਾਂ ਨੂੰ ਅਲੱਗ-ਅਲੱਗ ਤਰੀਕਿਆਂ ਦੇ ਨਾਲ ਨਹੀਂ ਵਰਤ ਸਕਦੇ ਸੀ ਗੁਡਸ ਨੂੰ, ਠੀਕ ਹੈ। ਕਹਿੰਦੇ ਪ੍ਰੋਬਲਮ ਆਫ ਟਰਾਂਸਫਰ ਆਫ ਵੈਲਥ, ਆਪਾਂ ਨੂੰ ਪਤਾ ਵੀ ਕੋਈ ਵੀ ਪੈਸਾ ਮਨੀ ਆ, ਠੀਕ ਹੈ, ਉਹਨੂੰ ਆਪਾਂ ਆਸਾਨੀ ਦੇ ਨਾਲ ਟਰਾਂਸਫਰ ਕਰ ਸਕਦੇ ਹਾਂ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਭੇਜ ਸਕਦੇ ਹਾਂ, ਪਰ ਗੁਡਸ ਨੂੰ ਟਰਾਂਸਫਰ ਕਰਨ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ, ਠੀਕ ਹੈ। ਇਹ ਸਾਰੀਆਂ ਬਹੁਤ ਸਾਰੀਆਂ ਪ੍ਰੋਬਲਮਾਂ ਸੀ ਜੋ ਸੀ ਇਕੋਨਮੀ ਦੇ ਵਿੱਚ ਬਾਰਟਰ ਸਿਸਟਮ ਦੇ ਜਾਂ ਬਾਰਟਰ ਇਕੋਨਮੀ ਦੇ ਵਿੱਚ ਆਈਆਂ। ਡਿਊ ਟੂ ਦਾ ਆਲ ਥੀਜ਼ ਲਿਮਿਟੇਸ਼ਨਸ ਦਾ ਐਕਸਚੇਂਜ ਥਰੂ ਬਾਰਟਰ ਸਿਸਟਮ ਬਿਕਮ ਕੰਪਲੈਕਸ ਐਂਡ ਐਨ ਅਰਜੈਂਟ ਨੀਡ ਫॉर ਮਨੀ ਵਾਜ਼ ਫੈਲਟ, ਠੀਕ ਹੈ। ਕਹਿੰਦੇ ਇਹ ਸਾਰੀਆਂ ਬਹੁਤ ਸਾਰੀਆਂ ਲਿਮਿਟੇਸ਼ਨਸ ਸੀ ਜਿਹੜੀਆਂ ਆਪਾਂ ਉੱਪਰ ਪੜ੍ਹੀਆਂ, ਜੋ ਪ੍ਰੋਬਲਮ ਸੀ ਜਿਹਦੇ ਜੋ ਕਿ ਆਪਾਂ ਨੂੰ ਬਾਰਟਰ ਸਿਸਟਮ ਦੇ ਵਿੱਚ ਦੇਖਣੀਆਂ ਪਈਆਂ, ਠੀਕ ਹੈ। ਤਾਂ ਕਰਕੇ ਕਹਿੰਦੇ ਜਦੋਂ ਇਹ ਬਹੁਤ ਜ਼ਿਆਦਾ ਇੱਕ ਗੁੰਝਲਦਾਰ ਕੰਪਲੈਕਸ ਸਿਸਟਮ ਬਣ ਗਿਆ ਸੀ ਵੀ ਆਪਾਂ ਜਦੋਂ ਵਸਤੂਆਂ ਨਾਲ ਵਟਾਉਂਦੇ ਸੀ, ਠੀਕ ਹੈ। ਕਹਿੰਦੇ ਇਹਦੇ ਨਾਲ ਕੀ ਸੀ ਜਿਹੜੀਆਂ ਆਪਣੀਆਂ ਨੀਡਸ ਸੀਗੀਆਂ ਉਹ ਚੰਗੀ ਤਰ੍ਹਾਂ ਸੈਟਿਸਫਾਈ ਨਹੀਂ ਹੁੰਦੀਆਂ ਸੀ। ਸੋ ਇਸੇ ਕਰਕੇ ਸੀ ਇਕੋਨਮੀ ਤੋਂ ਬਾਅਦ ਆਪਣੀ ਇਕੋਨਮੀ ਨੂੰ ਲੱਗਿਆ ਕਿ ਸਾਨੂੰ ਹੁਣ ਪੈਸਾ ਕੀ ਆ ਇਸ਼ੂ ਕਰਨਾ ਪਊਗਾ। ਸੋ ਆਪਣੀ ਇਕੋਨਮੀ ਦੇ ਵਿੱਚ ਕੀ ਆ ਮਨੀ ਇਸ਼ੂ ਹੋਈ, ਠੀਕ ਹੈ, ਮਨੀ ਹੋਂਦ ਵਿੱਚ ਆਈ। ਹੁਣ ਇਸ ਤੋਂ ਅੱਗੇ ਆਪਾਂ ਮਨੀ ਦਾ ਮੀਨਿੰਗ ਦੇਖਦੇ ਹਾਂ। ਕੀ ਕਹਿੰਦੇ ਆ ਮਨੀ ਕੀ ਆ, ਮੁਦਰਾ ਕੀ ਆ। ਕਹਿੰਦੇ ਮਨੀ ਇਜ਼ ਐਨੀਥਿੰਗ ਵਿਚ ਲਾਜ਼ ਸੇਜ਼ ਮਨੀ। ਕਹਿੰਦੇ ਮਨੀ ਕੋਈ ਵੀ ਚੀਜ਼ ਹੋ ਸਕਦੀ ਹੈ, ਠੀਕ ਹੈ, ਜਿਹਨੂੰ ਲਾਅ ਨੇ ਕੀ ਕਹਿਤਾ ਵੀ ਇਹ ਮਨੀ ਆ, ਠੀਕ ਹੈ। ਹੁਣ ਆਪਣੀ ਮਨੀ ਦੇ ਵਿੱਚ ਕੀ ਆ ਆਪਾਂ ਰੁਪੀਜ਼ ਚੱਲਦੇ ਆ, ਠੀਕ ਹੈ, ਪੈਸੇ ਚੱਲਦੇ ਆ, ਨੋਟਸ ਚੱਲਦੇ ਆ, ਉਹਨਾਂ ਨੇ ਲਾਅ ਨੇ ਕਿਹਾ ਹੋਇਆ, ਕਾਨੂੰਨ ਨੇ ਕਿਹਾ ਹੋਇਆ ਵੀ ਇਹਨੂੰ ਮਨੀ ਮੰਨਣਾ। ਸੋ ਕਹਿੰਦੇ ਮਨੀ ਉਹੀ ਹੈ ਜਿਹਨੂੰ ਲਾਅ ਨੇ ਕਿਹਾ ਵੀ ਇਹ ਮਨੀ ਆ, ਠੀਕ ਹੈ। ਸੋ ਆਪਾਂ ਕਹਿ ਸਕਦੇ ਹਾਂ ਮਨੀ ਇਜ਼ ਐਨੀਥਿੰਗ ਵਿਚ ਲਾਜ਼ ਸੇਜ਼ ਮਨੀ, ਠੀਕ ਹੈ। ਜਿਹੜੇ ਲਾਅ ਨੇ ਕਹਿਤਾ, ਕਾਨੂੰਨ ਨੇ ਕਹਿਤਾ ਕਿ ਇਹ ਮਨੀ ਆ। ਜਿਵੇਂ ਆਪਣੀ ਕੰਟਰੀ ਦੇ ਵਿੱਚ ਸਿੱਕੇ ਵਗੈਰਾ ਹੋ ਗਏ, ਨੋਟ ਵਗੈਰਾ ਹੋ ਗਏ, ਠੀਕ ਹੈ, ਲਾਅ ਦੇ ਅਕੋਰਡਿੰਗ ਉਹ ਕੀ ਆ ਮਨੀ ਆ। ਸੋ ਉਹ ਕੀ ਆ ਮੁਦਰਾ ਆਪਣੇ ਲਈ। ਸੋ ਇਸ ਤੋਂ ਅੱਗੇ ਦੇਖੋ ਮਨੀ ਕੈਨ ਬੀ ਐਨੀਥਿੰਗ ਵਿਚ ਇਜ਼ ਯੂਜ਼ਡ ਐਜ਼ ਅ ਮੀਡੀਅਮ ਆਫ ਐਕਸਚੇਂਜ। ਕਹਿੰਦੇ ਆਪਾਂ ਕਹਿ ਸਕਦੇ ਹਾਂ ਕਿ ਮਨੀ ਕੀ ਆ ਇੱਕ ਮੀਡੀਅਮ ਆਫ ਐਕਸਚੇਂਜ ਆ, ਜਿਨ੍ਹਾਂ ਨੂੰ ਆਪਾਂ ਕੀ ਆ ਐਜ਼ ਅ ਮੀਡੀਅਮ ਆਫ ਐਕਸਚੇਂਜ ਦਾ ਮਤਲਬ ਕੀ ਹੁੰਦਾ ਆਪਾਂ ਕਿਸੇ ਨੂੰ ਮਨੀ ਨੂੰ ਦੇ ਕੇ ਕੋਈ ਵੀ ਵਸਤੂ ਕੀ ਆ ਪ੍ਰਾਪਤ ਕਰ ਸਕਦੇ ਹਾਂ। ਫੋਰ ਐਗਜ਼ਾਮਪਲ ਆਪਾਂ ਸ਼ੌਪ 'ਤੇ ਜਾਂਦੇ ਹਾਂ, ਠੀਕ ਹੈ, ਆਪਾਂ ਕੀ ਆ ਕੋਈ ਵੀ ਚੀਜ਼ ਆਪਾਂ ਲੈਣੀ ਹੁੰਦੀ ਹੈ ਤਾਂ ਆਪਾਂ ਉਹਦੇ ਲਈ ਕੀ ਆ ਮਨੀ ਪੇ ਕਰਦੇ ਹਾਂ ਅਤੇ ਆਪਾਂ ਨੂੰ ਚੀਜ਼ ਉਹ ਮਿਲ ਜਾਂਦੀ ਹੈ। ਸੋ ਮਨੀ ਕੀ ਆ ਮੀਡੀਅਮ ਆਫ ਐਕਸਚੇਂਜ, ਲੈਣ ਦੇਣ ਕਰਨ ਦਾ ਇੱਕ ਕੀ ਆ ਮਾਧਿਅਮ ਆ। ਕਲੀਅਰ। ਇਸ ਤੋਂ ਅੱਗੇ ਦੇਖੋ ਮਨੀ ਦੀ ਡੈਫੀਨੇਸ਼ਨ ਕੀ ਆ। ਮਨੀ ਇਜ਼ ਦੈਟ ਮਨੀ ਡਜ਼, ਠੀਕ ਹੈ। ਮਨੀ ਕੀ ਹੈ ਕਹਿੰਦੇ ਮੁਦਰਾ ਉਹ ਹੈ ਜੋ ਮੁਦਰਾ ਕਰਦੀ ਹੈ, ਠੀਕ ਹੈ। ਆਪਾਂ ਨੂੰ ਪਤਾ ਵੀ ਮੁਦਰਾ ਦੇ ਕੀ ਕੰਮ ਆ, ਠੀਕ ਹੈ। ਉਹੀ ਮੁਦਰਾ ਜੋ ਮੁਦਰਾ ਦੇ ਕੰਮ ਕਰਦੀ ਆ ਉਹਨੂੰ ਹੀ ਮਨੀ ਬੋਲਿਆ ਜਾਂਦਾ, ਠੀਕ ਹੈ। ਵਾਕਰ ਦੀ ਕੀ ਆ ਡੈਫੀਨੇਸ਼ਨ ਆ, ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਡੈਫੀਨੇਸ਼ਨ ਆ, ਠੀਕ ਹੈ। ਇਸ ਤੋਂ ਅੱਗੇ ਦੇਖੋ ਕਹਿੰਦੇ ਮਨੀ ਇਜ਼ ਐਨੀਥਿੰਗ ਦੈਟ ਇਜ਼ ਜਨਰਲੀ ਅਸੈਪਟਡ ਐਜ਼ ਦਾ ਮੀਨਸ ਆਫ ਐਕਸਚੇਂਜ, ਠੀਕ ਹੈ। ਆਪਾਂ ਕੀ ਕਹਿ ਸਕਦੇ ਹਾਂ ਵੀ ਮਨੀ ਉਹੀ ਚੀਜ਼ ਆ ਜਿਹਨੂੰ ਜਨਰਲੀ ਮਤਲਬ ਆਮ ਤੌਰ 'ਤੇ ਸਾਰੇ ਲੋਕ ਅਸੈਪਟ ਕਰਦੇ ਆ ਵੀ ਆਪਾਂ ਕੀ ਹੈ ਇਹ ਇੱਕ ਮੀਡੀਅਮ ਆਫ ਐਕਸਚੇਂਜ ਆ, ਜਾਂ ਫਿਰ ਐਟ ਦਾ ਸੇਮ ਟਾਈਮ ਐਕਟ ਐਜ਼ ਆ ਮੈਜ਼ਰ ਐਂਡ ਐਜ਼ ਆ ਸਟੋਰ ਆਫ ਵੈਲਿਊ, ਠੀਕ ਹੈ। ਜਾਂ ਫਿਰ ਕੀ ਕਹਿੰਦੇ ਆ ਵੀ ਆਪਾਂ ਮਨੀ ਉਹੀ ਆ, ਠੀਕ ਹੈ, ਜਿਹਨੂੰ ਅਸੈਪਟ ਕਰਦੇ ਆ ਲੋਕ ਕਿ ਉਹ ਐਕਸਚੇਂਜ ਆ, ਠੀਕ ਹੈ, ਐਕਸਚੇਂਜ ਦਾ ਕੀ ਆ ਮਾਧਿਅਮ ਆ, ਮੀਡੀਅਮ ਆ, ਜਾਂ ਫਿਰ ਉਹ ਸਟੋਰ ਆਫ ਵੈਲਿਊ ਮਤਲਬ ਆਪਾਂ ਮਨੀ ਨੂੰ ਸਟੋਰ ਕਰਕੇ ਰੱਖ ਸਕਦੇ ਹਾਂ, ਜਾਂ ਫਿਰ ਕੀ ਆ ਇੱਕ ਮੈਜ਼ਰ ਆਫ ਵੈਲਿਊ, ਠੀਕ ਹੈ। ਸਟੋਰ ਆਫ ਵੈਲਿਊ ਔਰ ਮੈਜ਼ਰ ਦਾ ਮਤਲਬ ਹੁੰਦਾ ਮੁੱਲ ਦਾ ਮਾਪ, ਮਤਲਬ ਆਪਾਂ ਮਨੀ ਦੇ ਅਕੋਰਡਿੰਗ ਕਿਸੇ ਵੀ ਵਸਤੂ ਦਾ ਕੀ ਆ ਪ੍ਰਾਈਸ ਤੈਅ ਕਰ ਸਕਦੇ ਹਾਂ। ਕਲੀਅਰ। ਇਸ ਤੋਂ ਅਗਲਾ ਟੌਪਿਕ ਕੀ ਆ ਆਪਣੇ ਫੰਕਸ਼ਨਸ ਆਫ ਮਨੀ। ਮਨੀ ਦੀ ਜਿਹੜੀ ਡੈਫੀਨੇਸ਼ਨ ਕਰਨ ਤੋਂ ਬਾਅਦ ਉਹਦਾ ਮੀਨਿੰਗ ਕਰਨ ਤੋਂ ਬਾਅਦ ਆਪਾਂ ਮਨੀ ਦੇ ਕੰਮਾਂ ਨੂੰ ਡਿਸਕਸ ਕਰਦੇ ਆ ਕਿ ਮਨੀ ਦੇ ਕਿਹੜੇ ਕੰਮ ਆ, ਕਿਹੜੇ ਫੰਕਸ਼ਨਸ ਨੇ, ਠੀਕ ਹੈ। ਮਨੀ ਦੇ ਫੰਕਸ਼ਨ ਨੂੰ ਮੇਨਲੀ 3 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਗਿਆ, ਠੀਕ ਹੈ। ਫਸਟ ਹੈਗਾ ਪ੍ਰਾਇਮਰੀ ਫੰਕਸ਼ਨ, ਜਿਹਨੂੰ ਮੇਨ ਫੰਕਸ਼ਨ ਵੀ ਬੋਲਿਆ ਜਾਂਦਾ, ਠੀਕ ਹੈ, ਜਿਹਨੂੰ ਮੁੱਖ ਕਾਰਜ ਬੋਲਿਆ ਜਾਂਦਾ। ਸੈਕਿੰਡ ਹੈਗਾ ਸੈਕੰਡਰੀ ਫੰਕਸ਼ਨਸ, ਜਿਹਨੂੰ ਸਬਸਿਡਰੀ ਫੰਕਸ਼ਨਸ ਵੀ ਬੋਲਿਆ ਜਾਂਦਾ, ਠੀਕ ਹੈ। ਇਹਨੂੰ ਪ੍ਰਾਥਮਿਕ ਕੰਮ ਵੀ ਬੋਲਿਆ ਜਾਂਦਾ, ਠੀਕ ਹੈ। ਪ੍ਰਾਇਮਰੀ ਫੰਕਸ਼ਨ ਨੂੰ ਪ੍ਰਾਥਮਿਕ ਪੰਜਾਬੀ ਦੇ ਵਿੱਚ ਬੋਲਾਂਗੇ। ਸੈਕੰਡਰੀ ਫੰਕਸ਼ਨਸ, ਠੀਕ ਹੈ, ਇਹਦੇ ਜਿਹਨੂੰ ਸਬਸਿਡਰੀ ਫੰਕਸ਼ਨਸ ਵੀ ਬੋਲਿਆ ਜਾਂਦਾ।
ਇਸ ਤੋਂ ਅੱਗੇ ਥਰਡ ਹੈਗਾ ਕੰਟਿੰਜੈਂਟ ਫੰਕਸ਼ਨ, ਜਿਹਨੂੰ ਫੁਟਕਲ ਫੰਕਸ਼ਨ ਵੀ ਬੋਲਿਆ ਜਾਂਦਾ। ਸੋ ਅੱਗੇ ਕੀ ਆ, ਇਹਨਾਂ ਫੰਕਸ਼ਨਸ ਨੂੰ ਅੱਗੇ ਵੀ ਬਹੁਤ ਸਾਰੇ ਫੰਕਸ਼ਨਸ ਦੇ ਵਿੱਚ ਕੀ ਹੈ ਡਿਵਾਈਡ ਕੀਤਾ ਗਿਆ। ਫਸਟ ਅੱਜ ਆਪਾਂ ਡਿਸਕਸ ਕਰਾਂਗੇ ਕਿ ਵਟ ਆਰ ਦਾ ਪ੍ਰਾਇਮਰੀ ਫੰਕਸ਼ਨਸ ਔਰ ਮੇਨ ਫੰਕਸ਼ਨਸ ਆਫ ਮਨੀ। ਦੇਖੋ ਇਹਦੇ ਪਹਿਲੇ ਪ੍ਰਾਇਮਰੀ ਫੰਕਸ਼ਨ ਕੀ ਆ, ਮੀਡੀਅਮ ਆਫ ਐਕਸਚੇਂਜ, ਵਟਾਂਦਰੇ ਦਾ ਮਾਧਿਅਮ। ਠੀਕ ਹੈ, ਜਿਹੜੇ ਪ੍ਰਾਇਮਰੀ ਫੰਕਸ਼ਨ ਦੇ ਵਿੱਚ ਫਸਟ ਫੰਕਸ਼ਨ ਰੱਖਿਆ ਗਿਆ ਵੀ ਇਹ ਕੀ ਆ, ਵਟਾਂਦਰੇ ਦਾ ਮਾਧਿਅਮ ਆ, ਮੀਡੀਅਮ ਆਫ ਐਕਸਚੇਂਜ ਆ। ਦਾ ਮੋਸਟ ਇੰਪੋਰਟੈਂਟ ਫੰਕਸ਼ਨ ਆਫ ਦਾ ਮਨੀ ਇਜ਼ ਦੈਟ ਇਟ ਐਕਟ ਐਜ਼ ਆ ਮੀਡੀਅਮ ਆਫ ਐਕਸਚੇਂਜ। ਕਹਿੰਦੇ ਕੀ ਆ, ਮਨੀ ਦਾ ਸਭ ਤੋਂ ਮਹੱਤਵਪੂਰਨ ਕੰਮ ਇਹੀ ਆ, ਫੰਕਸ਼ਨ ਇਹਦਾ ਇਹੀ ਆ ਕਿ ਇਹਨੂੰ ਵਟਾਂਦਰੇ ਦਾ ਮਾਧਿਅਮ ਮੰਨਿਆ ਜਾਂਦਾ। ਠੀਕ ਹੈ, ਮਨੀ ਹੈਜ਼ ਅ ਫੀਚਰ ਆਫ ਜਨਰਲ ਅਸੈਪਟੇਬਿਲਿਟੀ। ਠੀਕ ਹੈ, ਅਸੈਪਟੇਬਿਲਿਟੀ ਦਾ ਮਤਲਬ ਹੁੰਦਾ ਜਨਰਲ, ਆਮ ਕੀ ਆ, ਆਪਾਂ ਬਾਜ਼ਾਰ ਦੇ ਵਿੱਚ ਚਲੇ ਜਾਂਦੇ ਹਾਂ, ਮਾਰਕੀਟ ਦੇ ਵਿੱਚ ਚਲੇ ਜਾਂਦੇ ਹਾਂ ਤਾਂ ਸਾਰੇ ਕੀ ਆ, ਜਿਹੜੀ ਆਪਣੀ ਮਾਰਕੀਟ ਦੇ ਵਿੱਚ ਕੀ ਆ, ਆਪਣੀ ਸਾਰੀ ਇਕੋਨਮੀ ਦੇ ਵਿੱਚ ਮਨੀ ਚੱਲਦੀ ਆ ਤਾਂ ਉਹਨੂੰ ਅਸੈਪਟ ਕਰਦੇ ਆ। ਮਤਲਬ ਉਹ ਮਨੀ ਲੈ ਕੇ ਆਪਾਂ ਨੂੰ ਕੋਈ ਵੀ ਗੁਡਸ ਐਂਡ ਸਰਵਿਸ ਪ੍ਰੋਵਾਈਡ ਕਰਦੇ ਆ। ਸੋ ਮਨੀ ਦਾ ਫੀਚਰ ਕੀ ਆ, ਇਹਦੀ ਮੁੱਖ ਵਿਸ਼ੇਸ਼ਤਾ ਇਹੀ ਆ ਵੀ ਇਹਨੂੰ ਕੀ ਆ, ਜਨਰਲ ਅਸੈਪਟੇਬਿਲਿਟੀ ਮਿਲੀ ਹੋਈ ਆ, ਜਾਨੀ ਕਿ ਸਾਰੇ ਲੋਕ ਇਹਨੂੰ ਅਸੈਪਟ ਕਰਦੇ ਨੇ। ਠੀਕ ਹੈ, ਐਂਡ ਦੇਅਰਫੋਰ ਇਟ ਇਜ਼ ਐਨ ਇੰਟਰਮੀਡੀਏਟਰੀ ਫॉर ਗੁਡਸ ਐਂਡ ਸਰਵਿਸ ਇਨ ਦਾ ਐਕਸਚੇਂਜ। ਠੀਕ ਹੈ, ਕੋਈ ਵੀ ਵਸਤੂਆਂ ਦਾ ਲੈਣ ਦੇਣ ਕਰਦੇ ਆ ਤਾਂ ਉਹਦੇ ਵਿੱਚ ਇੱਕ ਇਹ ਵਿਚੋਲੇ ਦਾ ਮਾਧਿਅਮ ਆ, ਮਤਲਬ ਆਪਾਂ ਮਨੀ ਕੀ ਆ ਦੇ ਦਿੰਦੇ ਆ, ਪੇ ਕਰ ਦਿੰਦੇ ਆ ਤੇ ਆਪਾਂ ਨੂੰ ਉਹਦੇ ਬਦਲੇ ਗੁਡਸ ਐਂਡ ਸਰਵਿਸ ਮਿਲ ਜਾਂਦੀਆਂ। ਠੀਕ ਹੈ, ਇਨ ਦਾ ਮਾਡਰਨ ਇਕੋਨਮੀ ਦਾ ਪ੍ਰਾਈਸਿਸ ਆਫ ਗੁਡਸ ਐਂਡ ਸਰਵਿਸ ਆਰ ਐਕਸਪ੍ਰੈਸ ਇਨ ਦਾ ਟਰਮਸ ਆਫ ਮਨੀ। ਆਪਾਂ ਨੂੰ ਪਤਾ ਵੀ ਮਾਡਰਨ ਇਕੋਨਮੀ ਆ, ਉਹਦੇ ਵਿੱਚ ਕੀ ਆ, ਕਿਸੇ ਵੀ ਗੁਡਸ ਐਂਡ ਸਰਵਿਸ ਦਾ ਜਿਹੜਾ ਪ੍ਰਾਈਸ ਆ, ਠੀਕ ਹੈ, ਉਹ ਕਿਹਦੇ ਦੁਆਰਾ, ਮਨੀ ਦੁਆਰਾ ਐਕਸਪ੍ਰੈਸ ਕੀਤਾ ਜਾਂਦਾ। ਜਿਵੇਂ ਫੋਰ ਐਗਜ਼ਾਮਪਲ ਕੋਈ ਵੀ ਪੈਨ ਆ, ਉਹਦੀ ਕੀਮਤ ਕੀ ਆ, ਕੋਈ ਵੀ ਜਰਨਲ ਆਪਾਂ ਲਗਾ ਲੈਂਦੇ ਹਾਂ ਕਿ 10 ਰੁਪਏ। ਠੀਕ ਹੈ, ਮਤਲਬ ਜਿਹੜਾ ਪੈਨ ਦੀ ਕੀਮਤ ਆ ਕਾਹਦੇ ਰਾਹੀਂ ਐਕਸਪ੍ਰੈਸ ਕੀਤੀ ਗਈ ਆ, ਮਨੀ ਦੇ ਰੂਪ ਵਿੱਚ। ਠੀਕ ਹੈ, ਤਾਂ ਕਰਕੇ ਆਪਾਂ ਕਹਿ ਸਕਦੇ ਹਾਂ ਵੀ ਜਿਹੜੀ ਮਨੀ ਆ ਉਹ ਕੀ ਆ, ਮੀਡੀਅਮ ਆਫ ਐਕਸਚੇਂਜ ਆ। ਠੀਕ ਹੈ, ਮਤਲਬ ਉਹ ਵਟਾਂਦਰੇ ਦਾ ਇੱਕ ਮੁੱਖ ਸਾਧਨ ਆ। ਇਸ ਤੋਂ ਅੱਗੇ ਦੇਖੋ ਅਗਲਾ ਮੇਨ ਫੰਕਸ਼ਨ ਆ ਜਿਹੜਾ ਆਪਾਂ ਪ੍ਰਾਇਮਰੀ ਫੰਕਸ਼ਨ ਆ ਮਨੀ ਦਾ ਕੀ ਆ, ਸੈਕਿੰਡ ਮੈਜ਼ਰ ਆਫ ਵੈਲਿਊ, ਮੁੱਲ ਦਾ ਮਾਪ। ਕਹਿੰਦੇ ਅਨਦਰ ਮੇਨ ਫੰਕਸ਼ਨ ਆਫ ਮਨੀ ਇਜ਼ ਦੈਟ ਇਟ ਐਕਟ ਐਜ਼ ਆ ਕਾਮਨ ਮੈਜ਼ਰ ਆਫ ਵੈਲਿਊ। ਠੀਕ ਹੈ, ਇਹ ਮੁੱਲ ਦਾ ਮਾਪ ਹੈ। ਠੀਕ ਹੈ, ਮੁਦਰਾ ਦੇ ਰਾਹੀਂ ਹਰੇਕ ਵਸਤੂ ਦਾ ਕੀ ਆ, ਮੁੱਲ ਨਿਰਧਾਰਿਤ ਕੀਤਾ ਜਾਂਦਾ। ਜਿਵੇਂ ਆਪਾਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ, ਵਿਦ ਦਾ ਮਨੀ ਵੀ ਕੈਨ ਵੈਲਿਊ ਆਲ ਗੁਡਸ ਐਂਡ ਸਰਵਿਸ। ਠੀਕ ਹੈ, ਆਪਾਂ ਹਰੇਕ ਵਸਤੂਆਂ ਅਤੇ ਸੇਵਾਵਾਂ ਦਾ ਮੁੱਲ ਤੈਅ ਕਰ ਸਕਦੇ ਹਾਂ ਵਿਦ ਦਾ ਹੈਲਪ ਆਫ ਮਨੀ। ਠੀਕ ਹੈ, ਕਿਸੇ ਵੀ ਵਸਤੂ ਅਤੇ ਸੇਵਾਵਾਂ ਦਾ ਆਪਾਂ ਕੀ ਆ, ਵੈਲਿਊ ਦਾ, ਉਹਦਾ ਪ੍ਰਾਈਜ਼ ਐਕਸਪ੍ਰੈਸ ਕਰਨਾ ਤਾਂ ਆਪਾਂ ਕਿਹਦੀ ਟਰਮਸ 'ਚ ਕਰਦੇ ਹਾਂ, ਇਨ ਦਾ ਫਾਰਮ ਆਫ ਮਨੀ। ਸੋ ਕੀ ਕਹਿੰਦੇ ਆ ਵੀ ਮਨੀ ਦੇ ਨਾਲ ਕੀ ਆ, ਆਪਣੀ ਸਾਰੀਆਂ ਵਸਤੂਆਂ ਅਤੇ ਸੇਵਾਵਾਂ ਦਾ ਮੁੱਲ ਤੈਅ ਕੀਤਾ ਗਿਆ। ਕਹਿੰਦੇ ਜਿਹੜੀਆਂ ਬਾਰਟਰ ਇਕੋਨਮੀ ਦੇ ਵਿੱਚ ਕੋਈ ਵੀ ਪ੍ਰੋਬਲਮਸ ਆਉਂਦੀਆਂ ਸੀ, ਡਿਫੀਕਲਟੀਜ਼ ਆਉਂਦੀਆਂ ਸੀਗੀਆਂ, ਠੀਕ ਹੈ, ਜਿਹਦੇ ਵਿੱਚ ਕੀ ਆ, ਵਸਤੂਆਂ ਦੇ ਨਾਲ ਵਟਾਉਣਾ ਔਖਾ ਹੋ ਗਿਆ, ਤਾਂ ਮੁਦਰਾ ਨੇ ਕੀ ਕੰਮ ਕੀਤਾ ਕਿ ਉਹਨੇ ਮੈਜ਼ਰ ਆਫ ਵੈਲਿਊ, ਮਤਲਬ ਜਿਹੜੀ ਵੀ ਵਸਤੂਆਂ ਤੇ ਸੇਵਾਵਾਂ ਉਹਦੇ ਮੁੱਲ ਨੂੰ ਮੈਜ਼ਰ ਕੀਤਾ ਵੀ ਇਹ ਵਸਤੂ ਕੀ ਆ, ਪ੍ਰੀਸ਼ੀਅਸ ਆ। ਠੀਕ ਹੈ, ਇਹਦਾ ਮੁੱਲ ਜ਼ਿਆਦਾ ਹੋਊਗਾ। ਠੀਕ ਹੈ, ਇਹ ਚੀਪੈਸਟ ਆ, ਮਤਲਬ ਇਹਦਾ ਮੁੱਲ ਘੱਟ ਹੋਊਗਾ। ਸੋ ਇਦਾਂ ਹੀ ਕੀ ਆ, ਜਿਹੜੀਆਂ ਸਾਰੀਆਂ ਡਿਫੀਕਲਟੀਜ਼ ਨੂੰ ਕੀ ਆ, ਮਨੀ ਨੇ ਦੂਰ ਕਰ ਦਿੱਤਾ। ਸੋ ਆਪਾਂ ਕੀ ਕਹਿ ਸਕਦੇ ਹਾਂ ਕਿ ਮਨੀ ਹੈਜ਼ ਪ੍ਰੋਵਾਈਡਡ ਕਲੀਅਰ ਕੱਟ ਲੈਂਗੁਏਜ ਆਫ ਟ੍ਰੇਡ ਕਮਿਊਨੀਕੇਸ਼ਨ। ਕਹਿੰਦੇ ਟ੍ਰੇਡ ਕਮਿਊਨੀਕੇਸ਼ਨ ਜੋ ਵੀ ਵਪਾਰ ਦਾ ਸੰਚਾਰ ਹੁੰਦਾ, ਠੀਕ ਹੈ, ਵਪਾਰ ਕੀਤਾ ਜਾਂਦਾ, ਉਹਦੇ ਵਿੱਚ ਕੀ ਆ, ਮਨੀ ਨੇ ਆਪਣੀ ਬਹੁਤ ਹੀ ਅਹਿਮ ਭੂਮਿਕਾ ਨਿਭਾਈ ਹੈ। ਠੀਕ ਹੈ, ਜਿਹਦੇ ਨਾਲ ਕੀ ਆ, ਸਾਰੀਆਂ ਟ੍ਰਾਂਜੈਕਸ਼ਨਸ ਕਰਨੀਆਂ ਬਹੁਤ ਜ਼ਿਆਦਾ ਸੌਖੀਆਂ ਹੋ ਗਈਆਂ। ਸੋ ਅੱਜ ਦਾ ਟੌਪਿਕ ਆਪਣਾ ਇੱਥੇ ਹੀ ਫਿਨਿਸ਼ ਹੋ ਜਾਂਦਾ। ਕੱਲ੍ਹ ਆਪਾਂ ਇਹਦੇ ਕਰਾਂਗੇ ਸੈਕੰਡਰੀ ਫੰਕਸ਼ਨਸ। ਥੈਂਕ ਯੂ ਸਟੂਡੈਂਟਸ।